ए धरती देश पंजाब दी जिथे वगदे पंज दरिया आकाशवाणी FM बठिंडा दे रब वर्गे प्यारे ਸਰੋਤਿਓ आप जी की खिदमत विच हाजिर हाँ साडा विशेष लड़ीवार प्रोग्राम अपना विरसा अपना सभ्याचार की पहली कड़ी लैके अज का विशा होवेगा पंजाबी सभ्याचार विरसा ते इस दा इतिहासिक पिछोकड़। ਅੱਜ ਮੇਰੇ ਨਾਲ ਆਕਾਸ਼ਵਾਣੀ FM ਬਠਿੰਡਾ ਦੇ ਸਟੂਡੀਓ ਵਿੱਚ ਹਾਜ਼ਰ ਨੇ ਬਹੁਤ ਹੀ ਮਿੱਠੀਆਂ ਤੇ ਬੁਲੰਦ ਆਵਾਜ਼ਾਂ ਮੈਡਮ ਗੁਰਲੀਨ ਸਿੱਧੂ ਤੇ ਮੈਡਮ ਅਨੁਮੀਤ ਸਿੱਧੂ। ਸਤਿ ਸ਼੍ਰੀ ਅਕਾਲ ਗੁਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਅਮੀਤ। ਸਤਿ ਸ਼੍ਰੀ ਅਕਾਲ ਜੀ। ਕਿਵੇਂ ਹੋ? ਚੜ੍ਹਦੀ ਕਲਾ ਚੋਂ? ਜੀ ਬਿਲਕੁਲ। ਤੇ ਮੈਂ ਆਪ ਜੀ ਦਾ ਸ਼ੁਭ ਚਿੰਤਕ ਤੇ ਖਾਦਮ ਬਲਜੀਤ ਸ਼ਰਮਾ। ਸੋ ਸਰੋਤਿਓ ਆਪਾਂ ਹੁਣ विषय विशेष बारे आप जी दे रूबरू हुंदे हां। किवें गुरलीन मैडम, अनुमीत मैडम तैयारी है? जी सर बिल्कुल। हुण तां सिर्फ आकाशवाणी FM बठिंडा दे रब वर्गे ਸਰੋਤਿਆਂ ਦੇ भरपूर प्यार ते आशीर्वाद दी लोड़ है। क्यों अनुमीत? जी बिल्कुल। हाँ जमां सही आख्या गुरी कि इन्हां ਸਰੋਤਿਆਂ ਤੋਂ बिना ਆਪਾਂ ਕੁਝ ਵੀ ਨਹੀਂ ਆ। ਫਿਰ ਬੁਲਾਈਏ ਸਾਰੇ ਸਰੋਤਿਆਂ ਨੂੰ ਗੁਰਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਮਸਕਾਰ, ਆਦਾਬ ਤੇ ਸਲਾਮ। ਸੋ ਜੇਕਰ ਸ਼ੁਰੂਆਤ ਕਰੀਏ ਪੰਜਾਬੀ ਸੱਭਿਆਚਾਰ ਦੀ, ਸੱਭਿਆਚਾਰ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਂਚ ਦਾ ਨਾਂ ਹੈ। ਪਸ਼ੂ ਜੀਵਨ ਤੋਂ ਅਗਾਂਹ ਲੰਘ ਮਨੁੱਖ ਆਪਣੀਆਂ ਅੰਦਰੂਨੀ ਕਰਤਾਰੀ ਸ਼ਕਤੀਆਂ ਨੂੰ ਪ੍ਰਗਟ ਕਰਨ ਅਤੇ ਵਿਉਂਤਣ ਲਈ ਸੱਭਿਆਚਾਰ ਸਿਰਜਦਾ ਹੈ। ਮਨ, ਸਰੀਰ ਅਤੇ ਆਤਮਾ ਦੀ ਇਕਸੁਰਤਾ ਪੈਦਾ ਕਰਦਿਆਂ ਬੁਨਿਆਦੀ ਮਨੁੱਖੀ ਲੋੜਾਂ ਨੂੰ ਪੂਰਾ ਕਰਨਾ ਅਤੇ ਨਾਲ ਹੀ ਮਨੁੱਖ ਦੀਆਂ ਨਿੱਜੀ ਅਤੇ ਸਮੂਹਿਕ ਸੰਭਾਵਨਾਵਾਂ ਨੂੰ ਪ੍ਰਫੁੱਲਿਤ ਕਰਨਾ ਸੱਭਿਆਚਾਰ ਦਾ ਮੁੱਖ ਲਕਸ਼ ਹੁੰਦਾ ਹੈ। ਵਿਸ਼ੇਸ਼ ਭੂਗੋਲਿਕ ਖਿੱਤੇ ਦੀਆਂ ਪਦਾਰਥਕ, ਕੁਦਰਤੀ ਅਤੇ ਮੌਸਮੀ ਪ੍ਰਸਥਿਤੀਆਂ ਮੁਤਾਬਿਕ ਲੋਕ ਜ਼ਿੰਦਗੀ ਦੇ ਨਿੱਕੇ ਤੋਂ ਨਿੱਕੇ ਪੱਖ ਤੋਂ ਲੈ ਕੇ ਵੱਡੇ ਤੋਂ ਵੱਡੇ ਮਨੋਰਥ ਲਈ ਬੜਾ ਵੰਨ-ਸਵੰਨਾ ਸੱਭਿਆਚਾਰਕ ਪ੍ਰਬੰਧਨ ਉਸਾਰਦੇ ਨੇ। ਸੱਭਿਆਚਾਰ ਇੱਕ ਗਤੀਸ਼ੀਲ ਵਰਤਾਰਾ ਹੈ। ਪਦਾਰਥਕ, ਰਾਜਸੀ ਅਤੇ ਹੋਰ ਬਦਲਾਅ ਇਸ ਵਿੱਚ ਤਬਦੀਲੀ ਲਿਆਉਂਦੇ ਰਹਿੰਦੇ ਨੇ। ਪੰਜਾਬੀ ਸੱਭਿਆਚਾਰ ਦਾ ਅਸਲ ਸਰੂਪ ਵੀ ਇਸ ਗਤੀਸ਼ੀਲਤਾ ਵਿੱਚੋਂ ਪਛਾਣਨ ਦੀ ਲੋੜ ਹੈ। ਬਹੁਤੀ ਵਾਰ ਅਸੀਂ ਅਗਿਆਨਤਾ ਵਸ ਪ੍ਰਾਚੀਨਤਾ ਨੂੰ ਹੀ ਸੱਭਿਆਚਾਰ ਮੰਨਣ ਮਨਾਉਣ ਦਾ ਯਤਨ ਕਰਦੇ ਹਾਂ। ਅਸਲ ਵਿੱਚ ਸੱਭਿਆਚਾਰ ਸੱਚੀ ਸੁੱਚੀ, ਵਡੇਰੀ ਅਤੇ ਸੂਝ ਭਰੀ ਸ਼ਖਸੀਅਤ ਸਿਰਜਣ ਲਈ ਮਨੁੱਖਾਂ ਵੱਲੋਂ ਉਸਾਰਿਆ ਗਿਆ ਇੱਕ ਸਾਂਝਾ ਪ੍ਰਬੰਧ ਹੈ। ਇਸੇ ਲੋੜ ਹਿੱਤ ਘਰ ਪਰਿਵਾਰ, ਭਾਈਚਾਰਾ, ਰਿਸ਼ਤਾ ਨਾਤਾ ਪ੍ਰਬੰਧ, ਵਿਆਹ ਪ੍ਰਬੰਧ, ਰੀਤੀ ਰਿਵਾਜ, ਵਿਸ਼ਵਾਸ, ਕੀਮਤਾਂ, ਕਲਾਵਾਂ, ਪਹਿਰਾਵਾ, ਹਾਰ ਸ਼ਿੰਗਾਰ, ਲੋਕਧਾਰਾ ਅਤੇ ਅਜਿਹੀਆਂ ਹੀ ਹੋਰ ਵੰਨਗੀਆਂ ਦੀ ਸਿਰਜਣਾ ਹੁੰਦੀ ਆਈ ਹੈ। ਇਹ ਸਭ ਸਿਰਜਣਾਵਾਂ ਮਨੁੱਖ ਨੂੰ ਪਸ਼ੂ ਪੁਣੇ ਤੋਂ ਉੱਪਰ ਉਠਾ ਕੇ ਉਸਾਰੂ ਅਤੇ ਸੁਚਾਰੂ ਮਨੁੱਖ ਬਣਾਉਣ ਲਈ ਸਿਰਜੇ ਗਏ ਵਸੀਲੇ ਨੇ। ਜਦੋਂ ਮਹਾਰਾਜਾ ਰਣਜੀਤ ਸਿੰਘ ਜਿੱਤ ਲੈ ਕਾਬਲ ਕੰਧਾਰ, ਬਈ ਪੰਜਾਬ ਲਈ ਜਾਨ ਲੁਟਾ ਗਏ, ਬਈ ਪੰਜਾਬ ਲਈ ਜਾਨ ਲੁਟਾ ਗਏ ਕਈ ਕੌਮਾਂ ਦੇ ਸਰਦਾਰ। ਬਈ ਜਦੋਂ ਹਰੀ ਸਿੰਘ ਨਲੂਏ ਵਰਗੇ, ਬਈ ਜਦੋਂ ਹਰੀ ਸਿੰਘ ਨਲੂਏ ਵਰਗੇ ਕਰਦੇ ਵਹਿਰੀ ਤੇ ਵਾਰ, ਬਈ ਫਿਰ ਭੱਜਿਆ ਜਾਣ ਨਾ ਦੇਵਦੇ, ਉਹ ਫਿਰ ਭੱਜਿਆ ਜਾਣ
ਪੰਜਾਬੀ ਸੱਭਿਆਚਾਰ ਪੰਜਾਬ ਦੇ ਭੂਗੋਲਿਕ ਖਿੱਤੇ ਦੀ ਪੈਦਾਵਾਰ ਹੈ। ਪੰਜਾਬ ਦੀ ਭੂਗੋਲਿਕ ਹੱਦਬੰਦੀ ਲਗਾਤਾਰ ਬਦਲਦੀ ਆਈ ਹੈ। ਇਸੇ ਕਰਕੇ ਅਜੋਕਾ ਪੰਜਾਬ ਇੱਕ ਰਾਜਸੀ ਇਕਾਈ ਤਾਂ ਹੈ ਹੀ, ਪਰ ਇਸ ਨੂੰ ਸੰਪੂਰਨ ਸੱਭਿਆਚਾਰਕ ਖਿੱਤੇ ਵਜੋਂ ਪ੍ਰਵਾਨ ਨਹੀਂ ਕਰ ਸਕਦੇ, ਕਿਉਂਕਿ ਪੰਜਾਬੀ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਪੱਖੋਂ ਬਹੁਤ ਸਾਰੇ ਇਲਾਕੇ ਅਜੋਕੇ ਪੰਜਾਬ ਤੋਂ ਵੀ ਬਾਹਰ ਨੇ। ਅਸਲ ਦੇ ਵਿੱਚ ਪੰਜਾਬ ਪੰਜਾਬੀ ਬੋਲਦੇ ਸਾਂਝੇ ਵਿਰਸੇ ਦੇ ਲੋਕਾਂ ਦੇ ਸਾਂਝੇ ਜੀਵਨ ਢੰਗ, ਵੱਖਰੀ ਸਰੀਰਕ ਅਤੇ ਮਨੋਬੰਤਰ ਦਾ ਸੂਚਕ ਹੈ। ਪੁਰਾਣੇ ਪੰਜਾਬ ਦਾ ਖੇਤਰ ਪੰਜਾਬ ਦੀ ਭੂਗੋਲਿਕ ਸਥਿਤੀ ਅਜਿਹੀ ਹੈ ਕਿ ਇਹ ਪ੍ਰਾਚੀਨ ਜ਼ਮਾਨੇ ਤੋਂ ਥਲ ਰਾਹੀਂ ਭਾਰਤ ਨੂੰ ਦੱਖਣ ਪੱਛਮੀ ਰਸਤਿਓਂ ਹੋਰ ਮੁਲਕਾਂ ਨਾਲ ਜੋੜਨ ਵਾਲਾ ਰਿਹਾ ਹੈ। ਇਸੇ ਕਰਕੇ ਪੰਜਾਬ ਨੂੰ ਭਾਰਤ ਦਾ ਪ੍ਰਵੇਸ਼ ਦੁਆਰ ਵੀ ਕਿਹਾ ਜਾਂਦਾ ਹੈ। ਪਹਿਲੇ ਜ਼ਮਾਨਿਆਂ ਦੇ ਵਿੱਚ ਜਿੰਨੇ ਵੀ ਲੋਕ ਜਾਂ ਹਮਲਾਵਰ ਭਾਰਤ ਵੱਲ ਆਏ, ਉਹ ਪੰਜਾਬ ਵਿੱਚੋਂ ਹੀ ਲੰਘੇ। ਇਸੇ ਕਰਕੇ ਪੰਜਾਬ ਦੇ ਵਿੱਚ ਯੁੱਧਾਂ, ਮਾਰ ਧਾੜਾਂ ਤੇ ਲੋਕਾਂ ਦੇ ਆਪਸੀ ਸਹਿਚਾਰ ਦੇ ਅਨੋਖੇ ਨਮੂਨੇ ਮਿਲਦੇ ਨੇ। ਇਹ ਅਸਲ ਦੇ ਵਿੱਚ ਵਿਭਿੰਨ ਨਸਲਾਂ, ਜਾਤਾਂ, ਧਰਮਾਂ ਦੀ ਸੁਮੇਲ ਭੂਮੀ ਹੈ। ਇਸੇ ਕਰਕੇ ਪੰਜਾਬੀ ਸੱਭਿਆਚਾਰ ਦੇ ਕੁਝ ਕੇਂਦਰੀ ਪੱਖ ਹੋਰ ਸੱਭਿਆਚਾਰਾਂ ਦੇ ਨਾਲੋਂ ਮੂਲੋਂ ਹੀ ਵੱਖਰੇ ਨੇ। ਪੰਜਾਬ ਦੀ ਜ਼ਰਖੇਜ਼ ਅਤੇ ਮੈਦਾਨੀ ਜ਼ਮੀਨ, ਜੀਵਨ ਅਨੁਕੂਲ, ਸਹਿੰਦਾ ਗਰਮ ਤੇ ਤਰ ਜਲਵਾਯੂ ਤੇ ਹਿਮਾਲਿਆ ਪਰਬਤ ਤੋਂ ਵਹਿੰਦੇ ਦਰਿਆਵਾਂ ਦੀ ਕੁਦਰਤੀ ਨਿਆਮਤ ਨੇ ਇਸ ਹਸੀਨ ਜ਼ਮੀਨ ਨੂੰ ਪ੍ਰਾਚੀਨ ਜ਼ਮਾਨੇ ਤੋਂ ਹੀ ਮਨੁੱਖੀ ਵਸੋਂ ਦੇ ਲਈ ਬਹੁਤ ਅਨੁਕੂਲ ਬਣਾਈ ਰੱਖਿਆ ਹੈ। ਪ੍ਰਾਣੀ ਜੀਵਨ ਦੀਆਂ ਮੂਲ ਲੋੜਾਂ ਸਹਿਜੇ ਹੀ ਪ੍ਰਾਪਤ ਹੋ ਜਾਣ ਦੇ ਕਾਰਨ ਇੱਥੇ ਮਨੁੱਖ ਹਜ਼ਾਰਾਂ ਸਾਲਾਂ ਤੋਂ ਵਸਦਾ ਆ ਰਿਹਾ ਹੈ। ਲਗਾਤਾਰ ਉਥਲ-ਪੁਥਲ ਤੇ ਤਬਾਹੀ ਦੇ ਬਾਵਜੂਦ ਇਹ ਖਿੱਤਾ ਆਬਾਦ ਰਿਹਾ। ਇਸੇ ਕਰਕੇ ਹੀ ਸੱਭਿਆਚਾਰ ਵਿਗਿਆਨੀ ਪੰਜਾਬ ਨੂੰ ਸੱਭਿਆਚਾਰ ਦਾ ਪੰਘੂੜਾ ਹੋਣ ਦਾ ਮਾਣ ਦਿੰਦੇ ਨੇ। ਇਤਿਹਾਸਿਕ ਦ੍ਰਿਸ਼ਟੀ ਤੋਂ ਪੂਰਬਲੇ ਸੱਭਿਆਚਾਰ ਦੇ ਪ੍ਰਮਾਣ ਇਸ ਧਰਤੀ ਤੋਂ ਮਿਲਦੇ ਨੇ, ਜੋ ਲਗਭਗ 10,000 ਸਾਲ ਤੋਂ ਵੀ ਪੁਰਾਣੇ ਹੋਣ ਦਾ ਅਨੁਮਾਨ ਹੈ। ਇਸ ਤੋਂ ਬਾਅਦ ਸਪਤ ਸਿੰਧੂ ਸਭਿਅਤਾ ਦੇ ਨਾਂ ਨਾਲ ਜਾਣੀ ਜਾਂਦੀ ਅਤੀ ਵਿਕਸਿਤ ਸ਼ਹਿਰੀ ਸਭਿਅਤਾ ਵੀ ਇਸੇ ਧਰਤੀ ਉੱਤੇ ਸਿਰਜੀ ਗਈ। ਸਪਤ ਸਿੰਧੂ ਸਭਿਅਤਾ ਦੇ ਪ੍ਰਾਚੀਨ ਨਮੂਨੇ ਮੋਇਨਜੋਦੜੋ, ਹੜੱਪਾ, ਸੰਘੋਲ ਤੇ ਢੋਲਬਾਹਾ ਥਾਵਾਂ ਤੋਂ ਕੀਤੀ ਖੁਦਾਈ ਤੋਂ ਪ੍ਰਾਪਤ ਹੋਏ ਨੇ। ਇਸ ਨੂੰ ਹੜੱਪਾ ਸੱਭਿਆਚਾਰ ਵੀ ਕਿਹਾ ਜਾਂਦਾ ਹੈ। ਗਲੀਆਂ, ਘਰਾਂ, ਇਸ਼ਨਾਨ ਘਰਾਂ ਦੀ ਨਿਸ਼ਚਿਤ ਵਿਉਂਤ ਤੋਂ ਇਹ ਪ੍ਰਮਾਣ ਮਿਲਦੇ ਨੇ ਕਿ ਇਹ ਸੱਭਿਅਤਾ ਉਸ ਜ਼ਮਾਨੇ ਦੇ ਹਿਸਾਬ ਨਾਲ ਬਹੁਤ ਵਿਕਸਿਤ ਸੀ। ਆਰੀਆ ਲੋਕਾਂ ਨੇ ਲਗਭਗ 1500 ਤੋਂ 3000 ਈਸਵੀ ਪੂਰਵ ਦੇ ਸਮੇਂ 'ਚ ਇਸ ਖਿੱਤੇ ਵਿੱਚ ਪ੍ਰਵੇਸ਼ ਕੀਤਾ। ਉਹ ਵੱਖ-ਵੱਖ ਸਮਿਆਂ 'ਚ ਵੱਖ-ਵੱਖ ਟੋਲਿਆਂ ਦੇ ਰੂਪ 'ਚ ਆਏ। ਇਸ ਦੌਰ 'ਚ ਪੰਜਾਬ ਦੇ ਇਸ ਖਿੱਤੇ 'ਚ ਆਰੀਆ ਸੱਭਿਆਚਾਰ ਦਾ ਆਰੰਭ ਹੁੰਦਾ ਹੈ, ਜਿਸ ਨੇ ਸੰਸਾਰ ਨੂੰ
ਸੱਭਿਆਚਾਰਕ ਪੱਖ ਤੋਂ ਮਹਾਨ ਯੋਗਦਾਨ ਦਿੱਤਾ। ਪੰਜਾਬ ਦੀ ਇਸ ਧਰਤੀ ਦਾ ਇਹ ਨਾਂ ਮੁਸਲਮਾਨਾਂ ਦੇ ਆਉਣ ਨਾਲ ਪੰਜ ਆਪ ਤੋਂ ਪ੍ਰਚਲਿਤ ਹੋਇਆ, ਪਰ ਇਸ ਤੋਂ ਇਲਾਵਾ ਇਸ ਖਿੱਤੇ ਬਾਰੇ ਪੰਜ ਨਤ ਨਾਂ ਦੀ ਵਰਤੋਂ ਦੇ ਹਵਾਲੇ ਪ੍ਰਾਪਤ ਨੇ। ਸਮੇਂ ਦੇ ਬਦਲਣ ਨਾਲ ਪੰਜਾਬ ਦਾ ਇਹ ਭੂਗੋਲਿਕ ਖਿੱਤਾ ਸੰਸਾਰ ਦੇ ਪ੍ਰਾਚੀਨਤਮ ਵਿਕਸਿਤ ਮਹਾਨ ਸੱਭਿਆਚਾਰ ਦਾ ਕੇਂਦਰ ਬਣ ਜਾਂਦਾ ਹੈ। ਪੰਜਾਬ ਦੀ ਇਸ ਧਰਤੀ ਉੱਤੇ ਚਾਰੇ ਵੇਦ ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵਵੇਦ ਰਚੇ ਗਏ, ਜੋ ਅਜੇ ਤੱਕ ਵੀ ਸਾਡੀ ਸੱਭਿਆਚਾਰਿਕ ਪ੍ਰਾਚੀਨਤਾ ਤੇ ਮਹਾਨਤਾ ਦਾ ਉੱਤਮ ਨਮੂਨਾ ਨੇ। ਉਪਨਿਸ਼ਦ ਗਿਆਨ ਸਾਹਿਤ ਦੀ ਦੂਸਰੀ ਮਾਣਯੋਗ ਵੰਨਗੀ ਹੈ ਜੋ ਇੱਥੇ ਰਚੀ ਗਈ। ਭਾਸ਼ਾ ਵਿਆਕਰਣ ਸੰਬੰਧੀ ਪਾਣਿਨੀ ਦੀ ਜਗਤ ਪ੍ਰਸਿੱਧ ਰਚਨਾ ਅਸ਼ਟ ਅਧਿਆਏ ਵੀ ਇਸ ਧਰਤੀ ਤੇ ਲਿਖੀ ਗਈ। ਇਸ ਸਮੇਂ ਤਕਸ਼ਿਲਾ ਨਾਂ ਦਾ ਸਿੱਖਿਆ ਕੇਂਦਰ ਬਹੁਤ ਚਰਚਿਤ ਰਿਹਾ, ਜਿੱਥੇ ਦੇਸਾਂ ਦੇਸਾਂਤਰਾਂ ਤੋਂ ਰਾਜਕੁਮਾਰ ਪੜ੍ਹਨ ਆਉਂਦੇ ਰਹੇ। ਮਣਕੇ 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 ਗੱਲ ਚਾਂਦੀ ਦੇ ਰੁਪਈਏ ਵਾਂਗੂ ਟਣਕੇ, ਝਾਂਜਰ ਮਿੱਤਰਾਂ ਦੀ ਨਾ ਲੈ ਕੇ ਸੱਜਣ ਤਾਂ ਛਣਕੇ, ਨਾ ਲੈ ਕੇ ਸੱਜਣ ਤਾਂ ਛਣਕੇ। ਮਣਕੇ ਮਣਕੇ ਗੱਲ ਚਾਂਦੀ ਦੇ ਰੁਪਈਏ ਵਾਂਗੂ ਟਣਕੇ। ਨਾਲੇ 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 ਜਾਂਦੇ ਵਿਰਸੇ ਨੂੰ ਕੌਣ ਸੰਭਾਲੇ, ਸੁੱਥਣਾ ਚ ਪਾਈਆਂ ਰਬੜਾਂ ਕਿੱਥੋਂ ਲੱਭਾਂਗੇ ਰੇਸ਼ਮੀ ਨਾਲੇ, ਕਿੱਥੋਂ ਲੱਭਾਂਗੇ ਰੇਸ਼ਮੀ ਨਾਲੇ। ਮਣਕੇ ਮਣਕੇ ਗੱਲ ਚਾਂਦੀ ਦੇ ਰੁਪਈਏ ਵਾਂਗੂ ਟਣਕੇ। ਪੰਜਾਬੀ ਸੱਭਿਆਚਾਰ ਦੇ ਵਿਕਾਸ ਦਾ ਇੱਕ ਪੜਾਅ ਇਸਲਾਮ ਧਰਮ ਦੇ ਦਖਲ ਜਾਂ ਮੁਸਲਮਾਨੀ ਹਮਲਿਆਂ ਦੇ ਨਾਲ ਸ਼ੁਰੂ ਹੁੰਦਾ ਹੈ, ਜਿਸ ਦਾ ਆਰੰਭ 712 ਈਸਵੀ ਵਿੱਚ ਮੁਹੰਮਦ ਬਿਨ ਕਾਸਿਮ ਦੇ ਹਮਲੇ ਨੇ ਕੀਤਾ। 7 ਸਦੀਆਂ ਦੇ ਲਗਾਤਾਰ ਹਮਲਿਆਂ ਦੌਰਾਨ ਮੁਸਲਮਾਨੀ ਰਾਜ ਸਥਾਪਿਤ ਹੁੰਦੇ ਰਹੇ, ਜਿਨ੍ਹਾਂ ਦੀ ਸਿਖਰ ਮੁਗਲ ਰਾਜ ਸੀ। ਇਸ ਦੌਰ ਵਿੱਚ ਪੰਜਾਬੀ ਸੱਭਿਆਚਾਰ ਉੱਤੇ ਸਭ ਤੋਂ ਵੱਧ ਪ੍ਰਭਾਵ ਇਸਲਾਮ ਧਰਮ ਅਤੇ ਸੱਭਿਆਚਾਰ ਦਾ ਪਿਆ। ਪੰਜਾਬੀ ਖਾਣ ਪੀਣ, ਪਹਿਰਾਵੇ, ਭਾਸ਼ਾ ਅਤੇ ਸਾਹਿਤ ਉੱਤੇ ਇਸਲਾਮੀ ਸੱਭਿਆਚਾਰ ਦਾ ਪ੍ਰਭਾਵ ਨਿਖੇੜਨਾ ਬਹੁਤ ਮੁਸ਼ਕਿਲ ਹੈ। ਮੱਧ ਯੁੱਗ ਦੇ ਵਿੱਚ ਪੰਜਾਬੀ ਸੱਭਿਆਚਾਰ ਦੇ ਇਤਿਹਾਸ ਵਿੱਚ ਇੱਕ ਨਵਾਂ ਦੌਰ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਸਿੱਖ ਧਰਮ ਦੀ ਸਥਾਪਨਾ ਦੇ ਨਾਲ ਸ਼ੁਰੂ ਹੁੰਦਾ ਹੈ। ਪੰਜਾਬ ਦੀ ਇਸ ਧਰਤੀ ਦੇ ਉੱਤੇ ਪੰਜਾਬੀ ਲੋਕਾਂ ਦੇ ਦੁੱਖਾਂ ਦਾ ਇਲਾਜ ਅਤੇ ਆਦਰਸ਼ਾਂ ਦੀ ਸਿਰਜਣਾ ਸ਼੍ਰੀ ਗੁਰੂ ਨਾਨਕ ਦੇਵ ਜੀ ਗੁਰੂ ਸਾਹਿਬਾਨ ਨੇ ਲੋਕ ਪੱਖੀ ਦ੍ਰਿਸ਼ਟੀ ਤੋਂ ਕੀਤੀ। ਇਸ ਜੀਵਨ ਦੀ ਕੇਂਦਰੀ ਮਹੱਤਤਾ ਸਥਾਪਿਤ ਕਰਦਿਆਂ ਕਿਰਤ ਕਰਨ, ਨਾਮ ਜਪਣ ਤੇ ਵੰਡ ਛਕਣ ਦੇ ਸਰਬ ਕਲਿਆਣਕਾਰੀ ਸਮਾਜੀ ਮਨੁੱਖੀ ਸੰਕਲਪ ਪੇਸ਼ ਕੀਤੇ। ਇਸ ਵਿੱਚ ਜਾਤ-ਪਾਤ, ਊਚ-ਨੀਚ ਦੇ ਭੇਦਭਾਵਾਂ ਨੂੰ ਛੱਡ ਕੇ ਮਾਨਵੀ ਸਾਂਝ ਤੇ ਸਰਬੱਤ ਦੇ ਭਲੇ ਦੀ ਗੱਲ ਕੀਤੀ ਗਈ। ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਆਦਿ ਗ੍ਰੰਥ ਦੀ ਸੰਪਾਦਨਾ ਨੇ ਸੰਸਾਰ ਸਹਿਤ ਨੂੰ ਲਾਸਾਨੀ ਖਜ਼ਾਨਾ ਦਿੱਤਾ, ਜਿਸ ਵਿੱਚ ਮਾਨਵਤਾ ਦੀ ਮੁਕਤੀ ਦਾ ਸੰਦੇਸ਼ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕਰਕੇ ਪੰਜਾਬ ਦੀ ਇਸ ਧਰਤੀ ਨੂੰ ਨਵੀਂ ਪੁੱਟ ਦਿੱਤੀ। ਪੰਜਾਬੀ ਸੱਭਿਆਚਾਰ ਲਈ ਇਹ ਦੌਰ ਇਸ ਦੀ ਸੁਤੰਤਰ ਅਤੇ ਮੌਲਿਕ ਪਛਾਣ ਦਾ ਸੁਨਹਿਰੀ ਦੌਰ ਕਿਹਾ ਜਾ ਸਕਦਾ ਹੈ। ਪੰਜਾਬੀ ਸੱਭਿਆਚਾਰ ਦੇ ਵਿਕਾਸ 'ਚ ਅਗਲੇਰਾ ਪੜਾਅ ਅੰਗਰੇਜ਼ਾਂ ਦੀ ਬਾਕੀ ਭਾਰਤ ਸਮੇਤ ਪੰਜਾਬ ਉੱਤੇ ਰਾਜਸੀ ਸਰਦਾਰੀ ਨਾਲ ਸ਼ੁਰੂ ਹੁੰਦਾ ਹੈ। ਇਸ ਨਾਲ ਪੰਜਾਬੀ ਜਨ ਸਧਾਰਨ ਦੀ ਵਿਕਸ ਰਹੀ ਪੂੰਜੀਵਾਦੀ, ਰਾਜਸੀ, ਆਰਥਿਕ, ਸੱਭਿਆਚਾਰਿਕ ਵਿਵਸਥਾ ਨਾਲ ਅਜਿਹਾ ਵਾਹ ਪਿਆ ਜਿਸ ਦੇ ਦੂਰ ਅੰਦੇਜ਼ ਪਰਿਣਾਮ ਨਿਕਲੇ। ਜੇ ਅਸੀਂ ਹੁਣ ਇਨ੍ਹਾਂ ਪ੍ਰਭਾਵਾਂ ਅਤੇ ਪਰਿਣਾਮਾਂ ਨੂੰ ਘੋਖੀਏ ਤਾਂ ਦਿਲਚਸਪ ਤੱਥ ਉੱਭਰਦੇ ਨੇ।
ਪੰਜਾਬ ਦੇ ਲੋਕ ਅੰਗਰੇਜ਼ੀ ਭਾਸ਼ਾ ਰਾਹੀਂ ਸੰਸਾਰ ਸਾਹਿਤ, ਸੰਸਾਰ ਦਰਸ਼ਨ ਅਤੇ ਸੰਸਾਰ ਸੱਭਿਆਚਾਰ ਨਾਲ ਸੰਪਰਕ 'ਚ ਆਏ। ਅੰਗਰੇਜ਼ੀ ਸੱਭਿਆਚਾਰ ਨਾਲ ਉਹ ਇੱਕ ਗੁਲਾਮ ਸੱਭਿਆਚਾਰ ਵਜੋਂ ਸੰਪਰਕ 'ਚ ਆਏ ਸੀ, ਜਿਸ ਦੇ ਬਹੁਤ ਉਲਟੇ ਪੁਲਟੇ ਪ੍ਰਭਾਵ ਪੈਂਦੇ ਰਹੇ। ਹਾਂ, ਪੱਖੀ ਪ੍ਰਭਾਵਾਂ ਨੇ ਪੰਜਾਬੀਆਂ ਦੀ ਜ਼ਿੰਦਗੀ ਵਿੱਚ ਬਹੁਤ ਚੰਗੇਰੇ ਪਰਿਵਰਤਨ ਵੀ ਲਿਆਂਦੇ। ਵਿਗਿਆਨਿਕ ਲੀਹਾਂ ਤੇ ਉਸਰ ਰਹੇ ਪੱਛਮੀ ਸੱਭਿਆਚਾਰ ਨੇ ਇਹਨਾਂ ਦੀ ਪਰੰਪਰਾਗਤ ਰਹਿਤਲ ਨੂੰ ਝੰਜੋੜ ਸੁੱਟਿਆ ਤੇ ਖੁੱਲ੍ਹੇਪਣ ਦਾ ਅਹਿਸਾਸ ਕਰਵਾਇਆ। ਅੰਗਰੇਜ਼ੀ ਭਾਸ਼ਾ ਤੇ ਸਾਹਿਤ ਦੇ ਸੰਪਰਕ ਨੇ ਨਵੇਂ ਗਿਆਨ ਵਿਗਿਆਨ ਤੱਕ ਸਾਡੀ ਰਸਾਈ ਕਰਵਾਈ। ਇਸ ਟਾਕਰਵੇਂ ਸੱਭਿਆਚਾਰ ਨਾਲ ਮੁਕਾਬਲੇ ਤੇ ਸਾਂਝ ਦੇ ਨਵੇਂ ਪਹਿਲੂ ਉੱਭਰੇ। ਪੰਜਾਬੀ ਸੱਭਿਆਚਾਰ ਦੀ ਵਿਸ਼ੇਸ਼ ਭੂਗੋਲਿਕ ਸਥਿਤੀ, ਨਿਵੇਕਲੇ ਜਲਵਾਯੂ ਅਤੇ ਇਤਿਹਾਸਿਕ ਉਤਰਾਵਾਂ ਚੜਾਵਾਂ ਨੇ ਪੰਜਾਬੀ ਜੀਵਨ ਜਾਂਚ ਦੇ ਕਈ ਅਜਿਹੇ ਦਿਲਚਸਪ ਅਤੇ ਸ਼ਕਤੀਸ਼ਾਲੀ ਪੱਖ ਉਸਾਰੇ ਹਨ ਜੋ ਪੰਜਾਬੀਅਤ ਦੇ ਪਹਿਚਾਣ ਚਿੰਨ੍ਹ ਬਣ ਗਏ ਨੇ। ਇਹ ਪੰਜਾਬੀਆਂ ਦੀ ਵੱਖਰੀ ਤਾਸੀਰ, ਚਰਿੱਤਰ, ਮਨੋਰਥਾਂ ਅਤੇ ਆਦਰਸ਼ਾਂ ਵਿੱਚੋਂ ਉਜਾਗਰ ਹੁੰਦੇ ਨੇ। ਉਪਜਾਊ ਭੂਮੀ ਕਾਰਨ ਭੁੱਖੇ ਮਰਨਾ ਪੰਜਾਬੀਆਂ ਦੇ ਹਿੱਸੇ ਨਹੀਂ ਆਇਆ, ਪਰ ਨਾਲ ਹੀ ਕੜੀ ਮਿਹਨਤ ਕਰਕੇ ਇਸ ਦੇ ਹੱਕ ਜਤਾਉਣ ਦੀ ਪ੍ਰਚੰਡ ਪ੍ਰਵਿਰਤੀ ਪੰਜਾਬੀਆਂ ਦਾ ਖਾਸਾ ਹੈ। ਕਿਰਤ ਕਰਨ ਨੂੰ ਮਾਣ ਸਮਝਣਾ ਅਤੇ ਕਿਰਤ ਕਮਾਈ ਉੱਤੇ ਹੱਕ ਜਤਾਉਣਾ ਇਹਨਾਂ ਦੀ ਖੂਬੀ ਹੈ। ਲਗਾਤਾਰ ਜੰਗਾਂ, ਯੁੱਧਾਂ ਦਾ ਅਖਾੜਾ ਬਣੇ ਰਹਿਣ ਕਾਰਨ ਪੰਜਾਬੀ ਉੱਜੜਦੇ ਰਹਿਣ ਤੇ ਫਿਰ ਵਸਣ ਦੀ ਅਨੋਖੀ ਜੀਵਨ ਤਾਂਘ ਨਾਲ ਓਤ-ਪੋਤ ਹਨ। ਸੱਭਿਆਚਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਧਰਤੀ ਉੱਤੇ ਉਹੀ ਲੋਕ ਟਿਕੇ ਜੋ ਨਾ ਤਾਂ ਯੁੱਧ ਤੋਂ ਡਰਦੇ ਸਨ, ਨਾ ਮੌਤ ਤੋਂ ਤੇ ਨਾ ਲੁੱਟੇ ਪੁੱਟੇ ਜਾਣ ਤੋਂ, ਸਗੋਂ ਹਾਲਾਤ ਅਨੁਸਾਰ ਹਮੇਸ਼ਾ ਜੀਵਨ ਸੰਘਰਸ਼ ਕਰਨ ਨੂੰ ਤਿਆਰ ਰਹਿੰਦੇ ਸਨ। ਪੰਜਾਬੀ ਪਹਿਲ ਕਦਮੀ ਕਰਨ ਵਾਲੇ ਨੇ, ਇਹ ਖੜੋਤ ਵਿੱਚ ਯਕੀਨ ਨਹੀਂ ਰੱਖਦੇ। ਦੇਸ਼ ਕਿਸੇ ਤੋਂ ਨਾ ਕਿ ਅੱਜ ਤੇ ਆ ਜੀ ਅਸੀਂ ਉੱਥੇ ਤੇ ਮਾਰੀਆਂ। ਆਹ ਜੰਗ ਮੁਲਤਾਨ ਬਾਰੇ ਗੌਰ ਨਾਲ ਪੜੀ ਕਿਵੇਂ ਜਾਨਾਂ ਵਾਰੀਆਂ। ਜਿਹੜੇ ਹਾਥੀਆਂ ਦੇ ਖੜ ਜਾਂਦੇ ਮੂਰੇ ਅੜ ਕੇ ਬੜੇ ਤਾਰਾ ਸਿੰਘ ਜਿਹੇ ਕਿਰਦਾਰ ਹੋਣਗੇ। ਉਹ ਗੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਡਰਲਾਈਨ ਸਰਦਾਰ ਹੋਣਗੇ। ਗੋਰੇ ਦੀਆਂ ਪੜੀ ਕਦੇ ਹੱਥ ਲਿਖਤਾ ਕੀਤੇ ਅੰਡਰਲਾਈਨ ਸਰਦਾਰ ਹੋਣਗੇ। ਉਹ ਕਿਹੜਾ ਸਰਦਾਰ ਸੀ, ਪੱਗਾਂ ਨਾਲ ਇੱਜ਼ਤਾਂ ਨੂੰ ਕੱਚਿਆ ਜਦੋਂ ਦੱਸੋ ਕਿਹੜੀ ਵਾਰ ਸੀ। ਮਰੱਟਿਆਂ ਨੇ ਬੜੀਆਂ ਛਲਾਂਗਾਂ ਮਾਰੀਆਂ ਨਾ ਹੋਏ ਸਿੰਘਾਂ ਵੇਚਦੇ। ਉਹ ਡੋਗਰੇ ਨੇ ਮਿੰਟਾਂ 'ਚ ਮੁਲਕ ਵੇਚਤਾ ਹੋ ਜਿਵੇਂ ਕੱਟਾ ਵੇਚਦੇ। ਡੋਗਰੇ ਨੇ ਮਿੰਟਾਂ 'ਚ ਮੁਲਕ ਵੇਚਤਾ ਹੋ ਜਿਵੇਂ ਕੱਟਾ ਵੇਚਦੇ। ਸਿੰਘ ਕੌਣ ਸੀ, ਸ਼ਹੀਦ ਕਿਵੇਂ ਹੋਇਆ, ਕਿੰਨਾ ਵਫਾਦਾਰ ਸੀ। ਘੋੜਿਆਂ ਨੂੰ ਪਾਣੀ ਵਿੱਚ ਕੌਣ ਦਿਸਿਆ, ਉਹ ਕਿਹਦਾ ਫੌਜਦਾਰ ਸੀ। ਸਾਥੋਂ ਜਾਂਦਾ ਨਹੀਂ ਉਹ ਸਾਡਾ ਹੀ ਹੰਕਾਰ ਟਾਇਆ, ਉਹਨੇ ਸੀ ਜੀ ਘੋੜਾ ਢਾਲਿਆ। ਉਹ ਮਿਸਲਾਂ ਦਾ ਕਰਕੇ ਮਸਾਲਾ ਸ਼ੇਰ ਨੇ ਜੀ ਕੁੰਡੇ ਵਿੱਚ ਪਾਲਿਆ। ਮਿਸਲਾਂ ਦਾ ਕਰਕੇ ਮਸਾਲਾ ਸ਼ੇਰ ਨੇ ਜੀ ਕੁੰਡੇ ਵਿੱਚ ਪਾਲਿਆ। ਤੁਰ ਜਾਂਦਾ ਸੀ ਜੋ ਮੋਢੇ ਰੱਖ ਕੇ ਇਸ ਨੂੰ। ਉਹ ਪੰਜਾਬ ਨਾਲੋਂ ਵੱਡਾ ਕਿਹੜਾ ਤੋਹਫਾ ਮਿਲਣਾ ਜੀ ਦੱਸੋ ਸਾਡੇ ਦੇਸ਼ ਨੂੰ। ਉਹ ਦਿੱਲੀ ਤੇ ਚਲਾ ਕੇ ਝੰਡਾ ਛੱਡ ਤੁਰਿਆ ਜੀ ਕਹਿੰਦਾ ਸਾਂਭੋ ਰਾਜ ਨੂੰ। ਉਹ ਕੁਤਬਾਂ ਦੀ ਸ਼ਾਨ ਨਾਲੋਂ ਨੀਵਾਂ ਉੱਡਣਾ ਹੋ ਸੋਭਦਾਨਾਬਾਦ ਨੂੰ। ਕੁਤਬਾਂ ਦੀ ਸ਼ਾਨ ਨਾਲੋਂ ਨੀਵਾਂ ਉੱਡਣਾ ਹੋ ਸੋਭਦਾਨਾਬਾਦ ਨੂੰ।
ਟੱਪਿਆ ਸੀ ਹੋ ਕੇ ਲਾਲੋ ਲਾਲ ਜੀ। ਭੁੱਲੇ ਕਿਹੜਾ ਜੰਗ ਗੁਜਰਾਤ ਵਾਲੀ ਲੜੀ ਸੀ ਜੋ ਤੋਪਾਂ ਨਾਲ ਜੀ। ਉਹ ਸੱਟ ਕੇ ਬੰਦੂਕਾਂ ਕਹਿੰਦੇ ਚੱਲ ਭੱਜੀਏ, ਉਹ ਸਿੱਖ ਨਹੀਂ ਉਹ ਹਾਰਦੇ। ਅੱਧੀਆਂ ਵਲੈਤਣਾ ਕਰਾ ਕੇ ਰੰਡੀਆਂ ਹੋ ਥੋੜੇ ਧਾਹਾਂ ਮਾਰਦੇ। ਅੱਧੀਆਂ ਵਲੈਤਣਾ ਕਰਾ ਕੇ ਰੰਡੀਆਂ ਹੋ ਥੋੜੇ ਧਾਹਾਂ ਮਾਰਦੇ ਹੋ। ਉਮਰਾਂ ਦੀ ਕੈਦ ਮਿਲੀ ਕਿਹੜੇ ਗੋਰੇ ਨੂੰ ਜੀ ਸਿੱਖਾਂ ਬਾਰੇ ਲਿਖ ਕੇ। ਕਿਹਨੂੰ ਖੱਤ ਪਾਇਆ ਰਾਣੀ ਜਿੰਦ ਕੌਰ ਨੇ ਉਹ ਬੈਠਿਆ ਨਾ ਟਿਕ ਕੇ। ਉਹ ਜਿੰਨਾ ਦਾ ਬਲੱਡ ਖੂਹਾਂ ਵਿੱਚ ਸੱਟ ਕੇ ਕੀਤੀਆਂ ਸੀ ਰੌਣੀਆਂ। ਉਹ ਉਹਦੇ ਸਾਨੂੰ ਕਿਤੇ ਭੁੱਲ ਜਾਣ ਨਾ ਚੋਇਆ ਡਾਗੇ ਛਾਉਣੀਆਂ। ਉਹ ਉਹਦੇ ਸਾਨੂੰ ਕਿਤੇ ਭੁੱਲ ਜਾਣ ਨਾ ਚੋਇਆ ਡਾਗੇ ਛਾਉਣੀਆਂ ਹੋ। ਇਸ ਨਿਰੰਤਰ ਉਥਲ-ਪੁਥਲ ਨੇ ਪੰਜਾਬੀ ਸੁਭਾਅ ਵਿੱਚ ਦੋ ਮੂੰਹ ਜ਼ੋਰ ਪ੍ਰਵਿਰਤੀਆਂ ਪੈਦਾ ਕੀਤੀਆਂ ਨੇ। ਪਹਿਲੀ ਇਹ ਕਿ ਪੰਜਾਬੀ ਜ਼ਿੰਦਗੀ ਨੂੰ ਜਨੂਨ ਵਾਂਗ ਜਿਉਂਦਾ ਹੈ, ਇਸੇ ਕਰਕੇ ਉਸ ਦਾ ਸੁਭਾਅ ਭੜਕੀਲਾ ਹੈ। ਉਹ ਫੌਰੀ ਤੇ ਇੱਕਦਮ ਤੱਤਾ ਹੋ ਉੱਠਦਾ ਹੈ। ਉਨੀ ਹੀ ਤੇਜ਼ੀ ਨਾਲ ਉਹ ਸਭ ਕੁਝ ਭੁੱਲਣ ਲਈ ਤਿਆਰ ਵੀ ਹੋ ਜਾਂਦਾ ਹੈ। ਜ਼ਿੰਦਗੀ ਨੇ ਉਸ ਨੂੰ ਬੜੇ ਖੌਫਨਾਕ ਸਬਕ ਸਿਖਾਏ ਨੇ। ਲਗਾਤਾਰ ਬਾਹਰੀ ਹਮਲਿਆਂ ਦਾ ਸ਼ਿਕਾਰ ਰਿਹਾ ਪੰਜਾਬੀ ਸੁਭਾਅ ਵਜੋਂ ਹੀ ਟਿਕਾਓ ਵਾਲਾ ਜੀਵਨ ਬਤੀਤ ਕਰਨੋਂ ਇਨਕਾਰੀ ਬਣ ਗਿਆ। ਦੂਸਰੀ ਪ੍ਰਵਿਰਤੀ ਉੱਚੀ ਬੋਲਣ ਤੇ ਲੋੜੋਂ ਵਧੇਰੇ ਤਿੰਗੜਨ ਦੀ ਹੈ। ਉਸ ਦੀ ਗੱਲਬਾਤ ਉੱਚੀ, ਸੰਗੀਤ ਤਿੱਖਾ, ਉੱਚਾ ਤੇ ਤੇਜ਼ ਤੇ ਵਿਖਾਵੇ ਦੀ ਰੁਚੀ ਅਥਾਹ ਹੈ। ਨਿਰੰਤਰ ਦਬਾਵਾਂ ਤੇ ਟਕਰਾਵਾਂ ਵਿੱਚ ਉਸਰੇ ਪੰਜਾਬੀ ਸਮੂਹਕ ਅਵਚੇਤਨ ਦਾ ਇਹ ਨਿਆਰਾ ਨਤੀਜਾ ਹੈ। ਰਾਂਝਾ ਹੀਰ ਦੇ ਦਰ ਤੇ ਇਸੇ ਕਰਕੇ ਪੰਜਾਬੀ ਨਾਇਕ ਦਾ ਮੁਹਾਂਦਰਾ ਵੀ ਅਜਿਹੇ ਵਿਅਕਤੀਆਂ ਦਾ ਹੀ ਹੈ ਜੋ ਪੂਰੀ ਸਰਗਰਮੀ, ਸਿਰੇ ਦੀ ਸ਼ਿੱਦਤ ਤੇ ਜਨੂਨ ਨਾਲ ਆਪਣੇ ਪੈਂਡੇ ਪੈਂਦਾ ਹੈ। ਪੰਜਾਬੀਆਂ ਦੇ ਨਾਇਕ ਹਨ ਜੋਗੀ, ਯੋਧਾ ਤੇ ਆਸ਼ਕ। ਰਾਜਾ ਪੰਜਾਬੀ ਸੱਭਿਆਚਾਰ ਦਾ ਲੋਕ ਨਾਇਕ ਨਹੀਂ, ਸਗੋਂ ਰਾਜਾ ਤਰਿਸਕਾਰ ਦਾ ਪਾਤਰ ਹੈ। ਪੰਜਾਬੀਆਂ ਨੇ ਰਾਜੇ ਦੀ ਸ਼ਕਤੀ ਤੇ ਸ਼ਾਨੋ ਸ਼ੌਕਤ ਦੀ ਬਜਾਏ ਫਕੀਰ ਦੀ ਉੱਚਤਾ, ਸੁੱਚਤਾ ਨੂੰ ਮਾਨ ਦਿੱਤਾ ਹੈ। ਇਹ ਉਹ ਧਰਤੀ ਹੈ ਜਿੱਥੋਂ ਦੇ ਫਕੀਰ ਰਾਜੇ ਨੂੰ ਪਰਾਂ ਹੋ ਕੇ ਖੜੋਣ ਤੇ ਧੁੱਪ ਛੱਡਣ ਦਾ ਬੋਲ ਬੇਖੌਫ ਹੋ ਕੇ ਬੋਲਦੇ ਨੇ। ਪੰਜਾਬੀਆਂ ਨੇ ਬਾਦਸ਼ਾਹ ਦਰਵੇਸ਼ਾਂ ਨੂੰ ਲੋਕ ਨਾਇਕ ਮੰਨਿਆ ਹੈ। ਪੰਜਾਬੀ ਸੱਭਿਆਚਾਰ ਦੀ ਇੱਕ ਹੋਰ ਖਾਸੀਅਤ ਇਹ ਹੈ ਕਿ ਇਹ ਤਿਆਗਵਾਦੀ ਜੀਵਨ ਫਲਸਫੇ ਨੂੰ ਪ੍ਰਵਾਨ ਨਹੀਂ ਕਰਦਾ। ਇਹ ਜੀਵਨ ਨੂੰ ਸੱਚਾ ਸੁੱਚਾ ਮੰਨਦੇ ਹੋਏ ਇਸ ਵਿੱਚ ਮਨੁੱਖੀ ਵਡਿੱਤਨ ਸਿਰਜਣ ਦਾ ਮਤ ਪੇਸ਼ ਕਰਦਾ ਹੈ। ਇਸ ਜੀਵਨ, ਮਨੁੱਖ ਤੇ ਸੰਸਾਰ ਨੂੰ ਸੱਚਾ ਮੰਨਣ ਕਾਰਨ ਪੰਜਾਬੀਆਂ ਦੇ ਸਾਰੇ ਕਾਰ ਵਿਹਾਰ, ਆਦਰਸ਼ ਤੇ ਮਨੋਰਥ ਮਨੁੱਖ ਕੇਂਦਰਿਤ ਬਣਦੇ ਗਏ। ਇਸੇ ਕਰਕੇ ਪੰਜਾਬੀ ਸੱਭਿਆਚਾਰ ਦੇ ਵਿੱਚ ਜੀਵਨ ਨੂੰ ਜਿਉਣ ਦੀ ਇੱਛਾ ਤੇ ਸ਼ਕਤੀ ਨੂੰ ਕੇਂਦਰੀ ਸਥਾਨ ਪ੍ਰਾਪਤ ਹੋਇਆ। ਭਰਪੂਰ ਜੀਵਨ ਲਈ ਸੰਘਰਸ਼ ਪੰਜਾਬੀਆਂ ਦਾ ਖਾਸਾ ਹੈ। ਖਾਦਾ ਪੀਤਾ ਲਾਹੇਦਾ, ਬਾਕੀ ਅਹਿਮਦ ਸ਼ਾਹਿਦਾ ਦੀ ਧਾਰਨਾ ਇਸੇ ਹੀ ਜੀਵਨ ਅਨੁਭਵ ਦਾ ਨਿਚੋੜ ਹੈ। ਪੰਜਾਬੀਆਂ ਦਾ ਪਹਿਰਾਵਾ, ਰੀਤਾਂ, ਹਾਰ ਸ਼ਿੰਗਾਰ ਤੇ ਲੋਕ ਗੀਤ ਪੰਜਾਬੀ ਸੱਭਿਆਚਾਰ ਦੀ ਰੰਗੀਲੀ ਤਸਵੀਰ ਉਲੀਕਦੇ ਨੇ। ਜ਼ਿੰਦਗੀ ਦੇ ਹਰ ਮੌਕੇ ਦੇ ਲਈ ਰੌਚਕ ਰੀਤਾਂ ਦੀ ਲੜੀ ਹਰੇਕ ਪੰਜਾਬੀ ਧਰਤੀ ਨੂੰ ਆਪਣੀ ਅਤੇ ਭਾਈਚਾਰੇ ਦੇ ਨਾਲ ਪਰੋਈ ਰੱਖਦੀ ਹੈ। ਪੰਜਾਬੀਆਂ ਨੇ ਆਪਣੇ ਸੱਭਿਆਚਾਰ ਦੇ ਨਕਸ਼ ਨੁਹਾਰ ਘੜਨ ਅਤੇ ਇਹਨਾਂ ਨੂੰ ਇਤਿਹਾਸ ਦੇ ਪੁੱਠੇ ਸਿੱਧੇ ਦਬਾਵਾਂ ਦੇ ਬਾਵਜੂਦ ਹੋਰ ਹਸੀਨ ਬਣਾਉਣ ਵਿੱਚ ਅਸਧਾਰਨ ਦ੍ਰਿੜਤਾ ਦਾ ਸਬੂਤ ਦਿੱਤਾ ਹੈ। ਇਸ ਤੋਂ ਇਹ ਆਸ ਬੱਝਦੀ ਹੈ ਕਿ ਇਸ ਦਾ ਭਵਿੱਖ ਸ਼ਾਨਦਾਰ ਹੋਵੇਗਾ। ਸੱਥਾਂ ਤੋਂ ਸ਼ੁਰੂ ਹੁੰਦੇ ਨੇ ਪਿੰਡਾਂ ਦੀ ਰੂਹ ਵਿੱਚ ਵਸਦੇ। ਜਿੰਨਾ ਕੱਦ ਉੱਚਾ ਹੁੰਦਾ ਉਦੋਂ ਵੀ ਉੱਚਾ ਹੱਸਦੇ। ਗੱਲਾਂ ਹੀ ਗੀਤ ਰਕਾਨੇ ਮਹਿਫਿਲ ਸੱਦ ਲੈਨੇ ਆ। ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ। ਜਦ ਮਰਜੀ ਦੇਖ ਲਿਆ ਕੇ ਹੱਸਦੇ ਹੀ ਰਹਿਨੇ ਆ। ਧੁੱਪਾਂ ਦਾ ਤੈਨੂੰ ਵੀ ਮੋਹ ਆਊਗਾ ਤੂੜੀ ਦਿਆਂ ਕੁੱਪਾਂ ਦਾ। ਜਿੰਨਾ ਹੀ ਵੱਡਾ ਮਨ
बन के रखिए जिंदगी दियां तंगियां नू फिकरां नू खारा मन के शामी पी लैने आ जद मर्जी देख लिया के हसदे ही रहने आ जद मर्जी देख लिया के हसदे ही रहने आ रब थले आ जांदा नी सोहां जद चकदे आ सानू आ नकली हासे लगदे आ जहर कुड़े शहरां दे हत्थ नहीं आउणे पिंडां दे पैर कुड़े आमद नू गल्ली ला लै केड़ा कुछ कहने आ जद मर्जी देख लिया के हसदे ही रहने आ जद मर्जी देख लिया के हसदे ही रहने आ बोलां दे पक्के कुड़िए हिलदे ना था तो नी यारां नू वजन हक्कां पिंडां दे ना तो नी नजरां तो ला के रखिए सिर उत्ते चढ़िया नू बाहां दा जोर रकाने पुछ लई कदे कड़िया नू या तां गल लग जाने आ या फिर गल पैने आ जद मर्जी देख लिया के हसदे ही रहने आ जद मर्जी देख लिया के हसदे ही रहने आ ਸਰੋਤਿਆਂ ਦੀ ਜਾਣਕਾਰੀ ਲਈ ਦੱਸ ਦਈਏ ਕਿ ਆਪਣਾ ਵਿਰਸਾ ਆਪਣਾ ਸੱਭਿਆਚਾਰ ਤੁਸੀਂ ਸੁਣ ਸਕੋਗੇ ਵੀਰਵਾਰ ਨਵੀਂ ਕੜੀ ਸ਼ਾਮ 5 ਵਜੇ ਤੇ ਇਸ ਦਾ ਮੁੜ ਪ੍ਰਸਾਰਣ ਦਿਨ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਦੌਰਾਨ। ਅੱਜ ਮਿਤੀ 6 ਜੁਲਾਈ 2023 ਨੂੰ ਆਪ ਜੀ ਦੇ ਆਸ਼ੀਰਵਾਦ ਨਾਲ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੀ ਪਹਿਲੀ ਕੜੀ ਪੇਸ਼ ਕੀਤੀ ਅਤੇ ਇਸ ਆਸ ਦੇ ਨਾਲ ਕਿ ਤੁਸੀਂ ਆਪਣੇ ਕੀਮਤੀ ਵਿਚਾਰ ਅਤੇ ਮਸ਼ਵਰੇ ਚਿੱਠੀਆਂ ਰਾਹੀਂ ਸਾਨੂੰ ਲਿਖ ਭੇਜੋਗੇ। ਪ੍ਰੋਗਰਾਮ ਸਰੋਤਾ ਮੰਚ ਮਾਰਫਤ ਕੇਂਦਰ ਨਿਰਦੇਸ਼ਕ ਆਕਾਸ਼ਵਾਣੀ FM ਬਠਿੰਡਾ ਤੇ ਸਾਡਾ ਈਮੇਲ ਪਤਾ ਨੋਟ ਕਰੋ avasbti@gmail.com। ਹੁਣ ਸਾਨੂੰ ਸਾਰਿਆਂ ਨੂੰ ਦਿਓ ਆਗਿਆ ਫਿਰ ਮਿਲਣ ਦੀ ਆਸ ਨਾਲ। ਪੇਸ਼ਕਸ਼ ਬਲਜੀਤ ਸ਼ਰਮਾ, ਅਨੁਮੀਤ ਸਿੱਧੂ ਤੇ ਗੁਰਲੀਨ ਸਿੱਧੂ। ਆਲੇਖ ਅਨੁਮੀਤ ਸਿੱਧੂ। ਸੰਪਾਦਨ ਸਤਪਾਲ ਬਰਾੜ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। ਸਰੋਤਿਓ ਅਸੀਂ ਉਡੀਕ ਕਰਾਂਗੇ ਆਪ ਜੀ ਦੇ ਭਰਵੇਂ ਹੁੰਗਾਰੇ ਦੀ। ਰੱਬ ਰਾਖਾ।